ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 6ਵੀਂ ਦੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 9 ਆਦਿ ਮਨੁੱਖ ਪੱਥਰ ਯੁੱਗ ਅਰਲੀ ਮੈਨ ਦ ਸਟੋਨ ਏਜ ਬਾਰੇ ਜੋ ਲੈਸਨ ਹੈ ਉਸ ਬਾਰੇ ਪੜ੍ਹਾਂਗੇ। ਜੋ ਇਸ ਤੋਂ ਅਗਲੀ ਵੀਡੀਓ ਹੋਊ ਇਸ ਦੇ ਨਾਲ ਸੰਬੰਧਿਤ ਜੋ ਵੀ ਇਸ ਪਾਠ ਦੇ ਵਿੱਚੋਂ ਕੁਐਸਚਨ ਆਨਸਰ ਬਣਦੇ ਨੇ ਅਸੀਂ ਉਹਨਾਂ ਨੂੰ ਇੱਕ ਇੱਕ ਸ਼ਬਦਾਂ ਵਾਲੇ ਕੁਐਸਚਨ ਆਨਸਰਾਂ ਦਾ ਰੂਪ ਦੇ ਕੇ ਹੋਰ ਚੰਗੀ ਤਰ੍ਹਾਂ ਸਮਝਾਂਗੇ। ਪੁਰਾਤਨ ਪੱਥਰ ਯੁੱਗ ਓਲਡ ਸਟੋਨ ਏਜ ਧਰਤੀ 'ਤੇ ਜੀਵਨ ਦੇ ਪਹਿਲੇ ਲੱਛਣ ਸ਼ਾਇਦ ਸੂਖਮ ਜੀਵ ਸਨ। ਸੂਖਮ ਜੀਵ ਨੂੰ ਅੰਗਰੇਜ਼ੀ 'ਚ ਕਹਿੰਦੇ ਨੇਗੇ ਮਾਈਕਰੋ ਓਕੈਟਿਕ ਕ੍ਰੀਚਰਸ, ਭਾਵ ਇਹ ਪਾਣੀ ਵਿੱਚ ਰਹਿਣ ਵਾਲੇ ਸੂਖਮ ਜੀਵ ਛੋਟੇ ਛੋਟੇ ਜੀਵ ਸਨ ਜਿਨ੍ਹਾਂ ਨੇ ਹੌਲੀ ਹੌਲੀ ਵਿਕਾਸ ਦੁਆਰਾ ਵੱਡੇ ਸਰੀਰ ਵਾਲੇ ਜਾਨਵਰਾਂ ਦਾ ਰੂਪ ਧਾਰਨ ਕੀਤਾ। ਦ ਫਸਟ ਸਾਈਨਸ ਆਫ ਦ ਲਾਈਫ ਔਨ ਦ ਅਰਥ ਵਰ ਪ੍ਰੋਬੇਬਲੀ ਮਾਈਕਰੋ ਓਕੈਟਿਕ ਕ੍ਰੀਚਰਸ ਡੈਟ ਡਿਵੈਲਪਡ ਟੂ ਦ ਐਨੀਮਲ ਲਾਈਫ ਕੰਪਰਾਈਜ਼ਿੰਗ ਗਿਗਨੈਟਿਕ ਐਨੀਮਲਸ ਲਾਈਕ ਦ ਡਾਇਨਾਸੋਰਸ, ਭਾਵ ਛੋਟੇ ਜਿਹੇ ਜੀਵ ਤੋਂ ਸ਼ੁਰੂ ਹੋ ਕੇ ਵੱਡੇ ਜੀਵ ਡਾਇਨਾਸੌਰ ਤੱਕ ਪਹੁੰਚੇ। ਧਰਤੀ 'ਤੇ ਮਨੁੱਖ ਦੀ ਹੋਂਦ ਬਹੁਤ ਦੇਰ ਬਾਅਦ ਹੋਈ। ਜੋ ਮਨੁੱਖ ਦੀ ਹੋਂਦ ਹੈ ਉਹ ਤਾਂ ਬਹੁਤ ਹੀ ਦੇਰ ਬਾਅਦ ਹੋਈ, 40 ਲੱਖ ਸਾਲ ਪਹਿਲਾਂ ਹੋਈ, ਭਾਵ 40 ਲੱਖ ਸਾਲ ਪਹਿਲਾਂ ਹੋਈ, ਅੱਜ ਤੋਂ 40 ਲੱਖ ਸਾਲ ਪਹਿਲਾਂ ਹੋਈ। ਉਸ ਸਮੇਂ ਦੇ ਮਨੁੱਖ ਦਾ ਰਹਿਣ ਸਹਿਣ ਜਾਨਵਰਾਂ ਵਰਗਾ ਸੀ। ਜੋ ਉਸ ਸਮੇਂ ਦਾ ਮਨੁੱਖ ਸੀ ਉਹ ਬਿਲਕੁਲ ਜਾਨਵਰਾਂ ਵਰਗਾ ਸੀ। ਉਸ ਨੂੰ ਜੀਵਨ ਦੀਆਂ ਮੁੱਖ ਜ਼ਰੂਰਤਾਂ ਨੂੰ ਸਮਝਣ ਵਿੱਚ ਹਜ਼ਾਰਾਂ ਸਾਲ ਲੱਗੇ। ਜੋ ਸਾਡੀਆਂ ਮੁੱਢਲੀਆਂ ਲੋੜਾਂ ਨੇ ਇਹਨਾਂ ਨੂੰ ਸਮਝਣ ਵਿੱਚ ਵੀ ਉਸ ਨੂੰ ਹਜ਼ਾਰਾਂ ਸਾਲ ਲੱਗੇ। ਆਦਿ ਮਾਨਵ ਦਾ ਜੀਵਨ ਜਾਨਵਰਾਂ ਵਰਗਾ ਸੀ। ਪੁਰਾਤਨ ਪੱਥਰ ਯੁੱਗ ਦੇ ਮਨੁੱਖ ਨੂੰ ਆਦਿ ਮਾਨਵ ਵੀ ਕਿਹਾ ਜਾਂਦਾ, ਅਰਲੀ ਮੈਨ ਵੀ ਕਿਹਾ ਜਾਂਦਾ। ਉਹ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਦਾ ਫਿਰਦਾ ਰਹਿੰਦਾ ਸੀ। ਉਹ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਕਿਉਂ ਘੁੰਮਦਾ ਸੀ? ਕਿਉਂਕਿ ਉਹ ਆਦਿ ਮਨੁੱਖ ਦਾ ਜੀਵਨ ਕੁਦਰਤੀ ਵਸਤਾਂ 'ਤੇ ਨਿਰਭਰ ਸੀ। ਉਹ ਜੰਗਲੀ ਕੰਦਮੂਲ ਵੇਰੀਜ਼, ਇੰਗਲਿਸ਼ ਨੂੰ ਕਹਿੰਦੇ ਨੇ ਵੇਰੀਜ਼, ਉਹ ਜੰਗਲੀ ਕੰਦਮੂਲ, ਮੱਛੀਆਂ ਫੜਦਾ, ਕਾਊਟ ਫਿਸ਼ ਅਤੇ ਸ਼ਿਕਾਰ ਕਰਦਾ ਸੀ ਐਂਡ ਹੰਟਡ ਐਨੀਮਲਸ। ਉਹ ਕੰਦਮੂਲ, ਮੱਛੀਆਂ ਫੜਦਾ ਅਤੇ ਸ਼ਿਕਾਰ ਕਰਦਾ ਸੀ। ਉਹ ਫਲ ਫਰੂਟ ਜੋ ਉਸ ਨੂੰ ਫਰੂਟਸ ਕੁਦਰਤੀ ਤੌਰ 'ਤੇ ਨੈਚੁਰਲ ਤੌਰ 'ਤੇ ਮਿਲਦੇ ਸਨ ਉਹਨਾਂ ਨੂੰ ਖਾਂਦਾ ਸੀ। ਇਸ ਲਈ ਉਹ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਦਾ ਸੀ। ਜੇ ਅਸੀਂ ਦੇਖੀਏ ਕਿ ਮਨੁੱਖ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਕਿਉਂ ਘੁੰਮਦਾ ਫਿਰਦਾ ਰਹਿੰਦਾ ਸੀ, ਪਹਿਲੀ ਗੱਲ ਤਾਂ ਉਹ ਕੁਦਰਤੀ ਵਸਤਾਂ 'ਤੇ ਨਿਰਭਰ ਕਰਦਾ ਸੀ। ਤਾਂ ਜੋ ਫਲ ਹੁੰਦੇ ਨੇ, ਅਸੀਂ ਅੱਜ ਕੱਲ੍ਹ ਹੁਣ ਅੰਬ ਖਾ ਰਹੇ ਹਾਂ ਅਤੇ ਅੱਗੇ ਅੰਬ ਬੰਦ ਹੋ ਜਾਣਗੇ, ਅੰਬਾਂ ਦਾ ਫਲ ਆਉਣਾ, ਫਿਰ ਅਸੀਂ ਸੇਬ ਖਾਵਾਂਗੇ। ਇਸ ਤੋਂ ਪਹਿਲਾਂ ਅਸੀਂ ਨੇ ਜਾਮਣਾਂ ਖਾਧੀਆਂ ਅਤੇ ਹੁਣ ਉਹਨਾਂ ਲਗਭਗ ਉਹ ਫਰੂਟ ਫਲ ਮੁੱਕ ਚੁੱਕਿਆ। ਅਤੇ ਅਸੀਂ ਸਮੇਂ ਸਮੇਂ 'ਤੇ ਜੋ ਹਰ ਇੱਕ ਫਲ ਦਾ ਰੁੱਤ ਹੁੰਦੀ ਹੈ, ਇੱਕ ਵਿਸ਼ੇਸ਼ ਰੁੱਤ ਵਿੱਚ ਇੱਕ ਵਿਸ਼ੇਸ਼ ਫਲ ਹੁੰਦੇ ਹਨ। ਜਿਵੇਂ ਅੰਬ ਆਮ ਤੌਰ 'ਤੇ ਗਰਮੀਆਂ ਦਾ ਤੋਹਫਾ ਕਿਹਾ ਜਾਂਦਾ ਅਤੇ ਸੇਬ ਸਰਦੀਆਂ ਦਾ। ਸਰਦੀਆਂ 'ਚ ਅਸੀਂ ਅਖਰੋਟ ਖਾਂਦੇ ਹਾਂ, ਗਰਮੀਆਂ 'ਚ ਅਸੀਂ ਨਹੀਂ ਖਾਂਦੇ। ਤਾਂ ਹਰੇਕ ਚੀਜ਼ ਦਾ, ਹਰ ਇੱਕ ਫਲ ਦਾ ਆਪਣੀ ਆਪਣੀ ਰੁੱਤ ਹੈ। ਤਾਂ ਇੱਕ ਰੁੱਤ ਤੋਂ ਬਾਅਦ ਜਦੋਂ ਉਹ ਫਲ ਖਤਮ ਹੋ ਜਾਂਦਾ ਤਾਂ ਮਨੁੱਖ ਨੂੰ ਆਪਣਾ ਢਿੱਡ ਭਰਨ ਲਈ ਕਿਸੇ ਹੋਰ ਫਲ, ਕਿਸੇ ਹੋਰ ਜੰਗਲੀ, ਕਿਸੇ ਹੋਰ ਕੁਦਰਤੀ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਜਾਣਾ ਪੈਂਦਾ ਸੀ। ਪਹਿਲੀ ਕਾਰਨ। ਦੂਜਾ ਕਾਰਨ, ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ। ਤਾਂ ਜਿਹੜੇ ਜੰਗਲੀ ਜਾਨਵਰ ਸੀ ਉਹ ਚਰਾਗਾਹਾਂ ਇੱਕ ਜਗ੍ਹਾ 'ਤੇ ਰਹਿ ਕੇ ਉਹ ਉੱਥੋਂ ਦੇ ਜੋ ਉਹਨਾਂ ਦੇ ਜੰਗਲੀ ਜਾਨਵਰਾਂ ਦੇ ਢਿੱਡ ਭਰਨ ਦੇ ਪਦਾਰਥ ਸਨ, ਪਾਣੀ, ਚਰਾਗਾਹਾਂ, ਉਹ ਖਤਮ ਹੋ ਜਾਂਦੇ ਸੀ। ਫਿਰ ਉਹ ਆਪਣੇ ਭੋਜਨ ਦੀ ਤਲਾਸ਼ ਵਿੱਚ ਹੋਰ ਕਿਤੇ ਜਾਂਦੇ। ਤਾਂ ਫਿਰ ਕੀ ਹੁੰਦਾ? ਤਾਂ ਮਨੁੱਖ ਵੀ ਉਹਨਾਂ ਦੇ ਪਿੱਛੇ ਪਿੱਛੇ ਜਾਂਦਾ। ਨੰਬਰ 3, ਇੱਕ ਜਗ੍ਹਾ 'ਤੇ ਰਹਿ ਕੇ ਮਨੁੱਖ ਦੇ ਜੋ ਪਾਣੀ
ਮਨੁੱਖ ਦੀ ਮੁੱਢਲੀ ਲੋੜਾਂ ਪਾਣੀ ਖਤਮ ਹੋ ਜਾਂਦਾ ਤਾਂ ਪਾਣੀ ਦੀ ਤਲਾਸ਼ ਵਿੱਚ ਵੀ ਉਹ ਇੱਧਰ ਉੱਧਰ ਜਾਂਦਾ। ਤਾਂ ਇਹਨਾਂ ਸਾਰੇ ਕਾਰਨਾਂ ਕਰਕੇ ਉਹ ਭੋਜਨ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਦਾ ਫਿਰਦਾ ਰਹਿੰਦਾ ਸੀ। ਆਦਿ ਮਨੁੱਖ ਦਾ ਜੀਵਨ ਕੁਦਰਤੀ ਵਸਤਾਂ 'ਤੇ ਨਿਰਭਰ ਸੀ, ਭਾਵ ਉਸਨੇ ਹਜੇ ਚੀਜ਼ਾਂ ਨੂੰ ਕੋਈ ਸੰਭਾਲਣਾ ਸ਼ੁਰੂ ਨਹੀਂ ਕੀਤਾ ਸੀ। ਉਹ ਕੱਚਾ ਮਾਸ ਖਾਂਦਾ ਸੀ ਕਿਉਂਕਿ ਉਸ ਨੂੰ ਅੱਗ ਬਾਰੇ ਜਾਣਕਾਰੀ ਨਹੀਂ ਸੀ। ਅੱਗ ਬਾਰੇ ਜਾਣਕਾਰੀ ਤਾਂ ਪੁਰਾਤਨ ਪੱਥਰ ਯੁੱਗ ਦੇ ਬਿਲਕੁਲ ਆਖਰੀ ਸਮੇਂ ਵਿੱਚ ਜਾ ਕੇ ਹੋਈ ਸੀ, ਮਨੁੱਖ ਨੂੰ ਪਹਿਲਾਂ ਨਹੀਂ ਪਤਾ ਸੀ। ਉਹ ਆਪਣੇ ਆਪ ਨੂੰ ਜੰਗਲੀ ਜਾਨਵਰਾਂ ਤੋਂ ਸੁਰੱਖਿਅਤ ਰੱਖਣ ਲਈ ਝੁੰਡ ਬਣਾ ਕੇ ਘੁੰਮਦਾ ਫਿਰਦਾ ਸੀ। ਉਹ ਰਾਤ ਨੂੰ ਦਰੱਖਤਾਂ ਜਾਂ ਗੁਫਾਵਾਂ ਅਤੇ ਪੱਥਰਾਂ ਦੇ ਵਿਸ਼ਰਾਮ ਘਰਾਂ ਵਿੱਚ ਰਹਿੰਦਾ ਸੀ। ਉਹ ਆਪਣੇ ਆਪ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਜਾਂ ਤਾਂ ਉਹ ਝੁੰਡ ਬਣਾ ਕੇ, ਭਾਵ ਉਹ ਇਕੱਠੇ ਫਿਰਦੇ ਰਹਿੰਦੇ ਸਨ ਗਰੁੱਪ ਦੇ ਵਿੱਚ, ਉਹ ਗਰੁੱਪ ਬਣਾ ਕੇ ਜਾਂਦੇ ਸਨ ਅਤੇ ਰਾਤ ਨੂੰ ਉਹ ਦਰੱਖਤਾਂ ਉੱਤੇ, ਗੁਫਾਵਾਂ, ਇਨ ਕੇਵਜ਼ ਔਰ ਪੱਥਰ ਦੇ ਵਿਸ਼ਰਾਮ ਘਰਾਂ, ਰੌਕ ਸ਼ੈਲਟਰ ਦੇ ਵਿੱਚ ਉਹ ਰਹਿੰਦਾ ਸੀ। ਉਹ ਆਪਣੇ ਸਰੀਰ ਨੂੰ ਜਾਨਵਰਾਂ ਦੀਆਂ ਖੱਲਾਂ, ਦਰੱਖਤਾਂ ਦੇ ਪੱਤੇ ਅਤੇ ਛਿਲਕਿਆਂ ਆਦਿ ਨਾਲ ਢੱਕਦਾ ਸੀ, ਭਾਵ ਉਸ ਨੂੰ ਹਜੇ ਕੱਪੜੇ ਬਾਰੇ ਹਜੇ ਕੁਝ ਨਹੀਂ ਜਾਣਕਾਰੀ ਸੀ। ਉਹ ਜਾਨਵਰਾਂ ਦੀਆਂ ਕੀ ਕਰਦਾ ਸੀ? ਉਹ ਜਾਨਵਰਾਂ ਦੀਆਂ ਖੱਲਾਂ, ਐਨੀਮਲ ਸਕਿਨ, ਦਰੱਖਤਾਂ ਦੇ ਪੱਤੇ, ਲੀਵਜ਼ ਔਰ ਬਾਰਕਸ ਆਫ ਟਰੀਜ਼, ਜੋ ਉਸ ਨੂੰ ਬਹੁਤ ਜ਼ਿਆਦਾ ਗਰਮੀ ਅਤੇ ਸਰਦੀ ਤੋਂ ਬਚਾਉਂਦੇ ਸਨ, ਨਹੀਂ ਤਾਂ ਉਹ ਨੰਗਾ ਘੁੰਮਦਾ ਸੀ। ਜਾਨਵਰਾਂ ਦਾ ਸ਼ਿਕਾਰ ਕਰਨ ਲਈ ਉਹ ਪੱਥਰਾਂ ਅਤੇ ਦਰੱਖਤਾਂ ਦੀਆਂ ਟਾਹਣੀਆਂ ਦੀ ਵਰਤੋਂ ਕਰਦਾ ਸੀ। ਪੱਥਰਾਂ ਦੀ ਵਰਤੋਂ ਕਰਨ ਕਰਕੇ ਤਾਂ ਹੀ ਅਸੀਂ ਇਸ ਨੂੰ ਪੱਥਰ ਯੁੱਗ ਕਹਿੰਦੇ ਹਾਂ। ਜੋ ਉਸਦੇ ਹਥਿਆਰ ਸਨ ਉਹ ਪੱਥਰ ਦੇ ਸਨ, ਇਸ ਕਰਕੇ ਤਾਂ ਇਸ ਦਾ ਨਾਂ ਪੱਥਰ ਯੁੱਗ ਪਿਆ। ਇਸ ਯੁੱਗ ਦਾ ਮਨੁੱਖ ਸੀ, ਉਹ ਸ਼ਿਕਾਰੀ ਅਤੇ ਖਾਦ ਸੰਗ੍ਰਹਿਕ ਸੀ। ਇਸ ਯੁੱਗ ਦੇ ਮਨੁੱਖ ਨੂੰ ਸ਼ਿਕਾਰੀ ਅਤੇ ਖਾਦ ਸੰਗ੍ਰਹਿਕ, ਹੰਟਰ ਐਂਡ ਗੈਦਰਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਆਪਣੀ ਵਰਤੋਂ ਲਈ ਪੱਥਰਾਂ ਦੇ ਔਜ਼ਾਰ ਅਤੇ ਹਥਿਆਰ ਬਣਾਉਂਦਾ ਸੀ। ਪੱਥਰਾਂ ਦੇ ਇਹਨਾਂ ਵਿੱਚ ਕੁਹਾੜੀਆਂ, ਬਸਲੇ, ਭਾਲੇ, ਗੰਡਾਸੇ ਆਦਿ, ਭਾਵ ਇਹਨਾਂ ਦੇ ਵਿੱਚ ਕੀ ਹੈ, ਇਹਨਾਂ ਦੀ ਐਕਸੀਜ਼, ਕਲੀਵਰ, ਸਪੀਅਰਜ਼, ਚੌਪਰਜ਼, ਸਕ੍ਰੈਪਰਜ਼, ਜਿਨ੍ਹਾਂ ਨੂੰ ਉਸ ਦੁਆਰਾ ਸ਼ਿਕਾਰ ਕਰਨ ਲਈ ਵਰਤਿਆ ਜਾਂਦਾ ਸੀ। ਕਦੀ ਕਦੀ ਇਹ ਸੰਦ ਹੱਡੀਆਂ ਜਾਂ ਲੱਕੜੀਆਂ ਦੇ ਵੀ ਬਣਾਏ ਜਾਂਦੇ ਸਨ। ਕਹਿਣ ਦਾ ਭਾਵ ਹੈਗਾ ਵੀ ਕਈ ਵਾਰੀ ਉਹ ਜਿਹੜੇ ਉਸਦੇ ਹਥਿਆਰ ਸਨ, ਉਹ ਹੱਡੀਆਂ, ਬੋਨਜ਼ ਅਤੇ ਬੋਨਜ਼ ਐਂਡ ਵੁੱਡ ਦੇ ਵੀ ਉਹ ਬਣਾਉਂਦਾ ਸੀ। ਮਨੁੱਖ ਦੀ ਕਹਾਣੀ ਦੇ ਇਸ ਯੁੱਗ ਨੂੰ ਪੁਰਾਤਨ ਪੱਥਰ ਯੁੱਗ ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਪੈਲੀਓਲਿਥਿਕ ਪੀਰੀਅਡ ਵੀ ਕਿਹਾ ਜਾਂਦਾ ਹੈ। ਪੈਲੀਓ ਯੂਨਾਨੀ ਭਾਸ਼ਾ, ਗ੍ਰੀਕ ਲੈਂਗੁਏਜ ਦੇ ਦੋ ਸ਼ਬਦਾਂ ਪੈਲੀਓ ਅਤੇ ਲਿਥਿਕ। ਪੈਲੀਓ ਓਲਡ, ਲਿਥਿਕ ਸਟੋਨ, ਭਾਵ ਪੁਰਾਣਾ ਪੱਥਰ ਯੁੱਗ, ਓਲਡ ਸਟੋਨ ਏਜ। ਇਹ ਗ੍ਰੀਕ ਲੈਂਗੁਏਜ ਦੇ ਦੋ ਸ਼ਬਦਾਂ ਪੈਲੀਓ ਅਤੇ ਲਿਥਿਕ ਤੋਂ ਬਣਿਆ ਹੈ। ਇਹ ਉਸਦੇ ਹਥਿਆਰ ਹਨ। ਮੱਧ ਪੱਥਰ ਯੁੱਗ। ਪੁਰਾਤਨ ਪੱਥਰ ਯੁੱਗ ਦੇ ਬਾਅਦ ਮੱਧ ਪੱਥਰ ਯੁੱਗ ਆਇਆ। ਮਿਡਲ ਸਟੋਨ ਏਜ। ਮਿਡਲ ਕਿਉਂ? ਮੱਧ, ਕਿਉਂਕਿ ਇਹ ਪੁਰਾਤਨ ਪੱਥਰ ਯੁੱਗ ਅਤੇ ਨਵੇਂ ਪੱਥਰ ਯੁੱਗ ਦੇ ਵਿਚਕਾਰ ਦਾ ਸਮਾਂ ਸੀ। ਇਸ ਨੂੰ ਅੰਗਰੇਜ਼ੀ ਦੇ ਵਿੱਚ ਮੈਸੋਲਿਥਿਕ ਪੀਰੀਅਡ ਕਿਹਾ ਜਾਂਦਾ ਹੈ, ਜੋ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਮੈਸੋ ਮਿਡਲ, ਲਿਥਿਕ ਸਟੋਨ, ਮਿਡਲ ਸਟੋਨ ਏਜ, ਮੱਧ ਪੱਥਰ ਯੁੱਗ। ਇਸ ਯੁੱਗ ਵਿੱਚ ਮਨੁੱਖ ਦੇ ਜੀਵਨ ਵਿੱਚ ਕੁਝ ਉੱਨਤੀ ਹੋਈ। ਇਸ ਯੁੱਗ ਵਿੱਚ ਮਨੁੱਖ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਪੁਰਾਣੀਆਂ ਦੇ ਵਿੱਚ ਸੁਧਾਰ ਕੀਤਾ। ਆਮ ਤੌਰ 'ਤੇ ਐਵੇਂ ਹੀ ਹੁੰਦਾ, ਇੱਕ ਤੋਂ ਬਾਅਦ ਦੂਜਾ ਸਮਾਂ ਆਉਂਦਾ ਤਾਂ ਅਸੀਂ ਪੁਰਾਣੀਆਂ ਵਿੱਚ ਕੁਝ ਸੁਧਾਰ ਕਰ ਲੈਂਦੇ ਹਾਂ ਅਤੇ ਨਵੀਆਂ ਚੀਜ਼ਾਂ ਵੀ ਸਿੱਖ ਲੈਂਦੇ ਹਾਂ। ਉਦਾਹਰਨ ਵਜੋਂ ਹੁਣ ਉਸਨੇ ਟੁੱਟੇ ਹੋਏ ਪੱਥਰਾਂ ਦੇ ਟੁਕੜਿਆਂ ਦੀ ਥਾਂ ਨੁਕੀਲੇ ਅਤੇ ਘੜੇ ਹੋਏ ਪੱਥਰਾਂ ਦੇ ਹਥਿਆਰ, ਕੁਹਾੜੀ, ਭਾਲੇ, ਗੰਡਾਸੀ ਆਦਿ ਬਣਾਉਣੇ ਸਿੱਖ ਲਏ। ਉਸਨੇ ਉਹਨਾਂ ਨੂੰ ਲੱਕੜੀ ਦੀ ਡੰਡੀ ਨਾਲ ਬੰਨ੍ਹ ਕੇ
ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਵੀ ਸਿੱਖ ਲਿਆ। ਉਸ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਸੀ ਕਿ ਅਨਾਜ ਨੂੰ ਕਾਫੀ ਲੰਮੇ ਸਮੇਂ ਤੱਕ ਇਕੱਠਾ ਕਰਕੇ ਰੱਖਿਆ ਜਾ ਸਕਦਾ ਹੈ। ਜੋ ਪੁਰਾਤਨ ਪੱਥਰ ਯੁੱਗ ਸੀ ਉਸ ਦਾ ਮਨੁੱਖ ਸੀ ਉਹ ਅਨਾਜ ਨੂੰ ਕੋਈ ਇਕੱਠਾ ਨਹੀਂ ਕਰਦਾ ਸੀ। ਜਦੋਂ ਉਸ ਨੂੰ ਭੁੱਖ ਲੱਗਦੀ ਉਸ ਦੇ ਆਸ-ਪਾਸ ਜੋ ਉਸ ਨੂੰ ਚੀਜ਼ ਮਿਲਦੀ ਉਹੀ ਖਾ ਲੈਂਦਾ। ਜੇਕਰ ਉਸ ਨੂੰ ਕੁਝ ਵੀ ਨਾ ਮਿਲਦਾ ਤਾਂ ਉਹ ਦਰਖਤਾਂ ਦੇ ਪੱਤੇ ਖਾ ਕੇ ਵੀ ਟਾਈਮ ਪਾਸ ਕਰ ਲੈਂਦਾ ਸੀ। ਫਿਰ ਮੱਧ ਪੱਥਰ ਯੁੱਗ ਦਾ ਜੋ ਸਮਾਂ ਮੰਨਿਆ ਜਾਂਦਾ ਹੈ ਉਹ ਮੰਨਿਆ ਜਾਂਦਾ 10,000 BC ਤੋਂ ਲੈ ਕੇ ਲਗਭਗ 8,000 BC ਤੱਕ ਮੰਨਿਆ ਜਾਂਦਾ, 8,000 ਈਸਵੀ ਪੂਰਵ ਤੱਕ ਮੰਨਿਆ ਜਾਂਦਾ। ਤਾਂ ਮੱਧ ਪੱਥਰ ਦੇ ਯੁੱਗ ਦਾ ਜੋ ਮਨੁੱਖ ਸੀ, ਜੋ ਉਸਦੇ ਹਥਿਆਰ ਸਨ ਉਹ ਛੋਟੇ, ਤਈਓ ਇਸ ਨੂੰ ਮਾਈਕਰੋਲਿਥ ਵੀ ਕਿਹਾ ਜਾਂਦਾ। ਜੇ ਕੁਐਸਚਨ ਆ ਜੀ ਵੀ ਮਾਈਕਰੋਲਿਥ ਛੋਟੇ ਹਥਿਆਰ ਕਿਹੜੇ ਯੁੱਗ ਦੇ ਸਨ, ਤਾਂ ਮੱਧ ਪੱਥਰ ਯੁੱਗ ਦੇ। ਨੁਕੀਲੇ ਹੋ ਗਏ ਸੀ ਘੜੇ ਹੋਏ, ਕਿਉਂਕਿ ਜਿਹੜਾ ਪੁਰਾਤਨ ਪੱਥਰ ਯੁੱਗ ਦਾ ਮਨੁੱਖ ਸੀ ਉਸ ਨੂੰ ਜੋ ਚੀਜ਼ ਮਿਲ ਜਾਂਦੀ ਉਹੀ ਉਸ ਦਾ ਹਥਿਆਰ ਬਣ ਜਾਂਦਾ ਸੀ। ਪਰ ਮੱਧ ਪੱਥਰ ਯੁੱਗ ਦੇ ਮਨੁੱਖ ਨੇ ਜੋ ਉਸ ਨੂੰ ਕੋਈ ਪੱਥਰ ਮਿਲਦਾ, ਕੁਝ ਹੋਰ ਮਿਲਦਾ, ਉਸ ਨੂੰ ਘੜਨਾ, ਭਾਵ ਉਸ ਨੂੰ ਘੜ ਕੇ ਉਹ ਤਿੱਖਾ ਕਰ ਲੈਂਦਾ ਸੀ। ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਹੋਇਆ ਤਿੱਖੇ, ਜਿਵੇਂ ਸਾਡੀ ਛੈਣੀ ਹੁੰਦੀ ਹੈ, ਛੈਣੀ ਬਿਲਕੁਲ ਤਿੱਖਾ ਕਰ ਲੈਣਾ, ਗੰਡਾਸਾ ਪਾਲਾ, ਤਾਂ ਕਿ ਜੇ ਕੋਈ ਚੀਜ਼ ਨੂੰ ਖੋਦਣਾ ਹੈ, ਕੋਈ ਸੁਰਾਖ ਕਰਨਾ ਹੈ, ਉਹ ਸੌਖਾ ਹੋ ਜੇ। ਤਾਂ ਮੱਧ ਪੱਥਰ ਯੁੱਗ ਦੇ ਜੋ ਹਥਿਆਰ ਸਨ ਉਹ ਨਕੀਲੇ, ਘੜੇ ਹੋਏ ਅਤੇ ਛੋਟੇ ਸਨ। ਲੱਕੜੀ ਦੀ ਡੰਡੀ ਨਾਲ ਬੰਨ੍ਹ ਕੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਵੀ ਸਿੱਖ ਲਿਆ ਸੀ। ਜੋ ਪੁਰਾਤਨ ਪੱਥਰ ਯੁੱਗ ਦਾ ਮਨੁੱਖ ਸੀ ਉਸ ਨੂੰ ਇਹ ਪਤਾ ਨਹੀਂ ਸੀ, ਪਰ ਇਸ ਯੁੱਗ ਦੇ ਮਨੁੱਖ ਨੇ ਜੋ ਉਸਦੇ ਹਥਿਆਰ ਸਨ ਉਹਨਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਲੱਕੜੀ ਦੀ ਡੰਡੀ ਨਾਲ ਬੰਨ੍ਹ ਕੇ ਵੀ ਉਸਨੇ ਵਰਤਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਅਸੀਂ ਜਿਵੇਂ ਸਾਡਾ ਗੰਡਾਸਾ ਹੁੰਦਾ ਹੈ ਅਤੇ ਉਸ ਦਾ ਅਗਲਾ ਹਿੱਸਾ ਤਿੱਖਾ ਹੁੰਦਾ ਲੋਹੇ ਦਾ, ਅਤੇ ਪਿੱਛੇ ਅਸੀਂ ਉਸਦੇ ਜੋ ਡੰਡੀ ਪਾਉਂਦੇ ਹਾਂ ਉਹ ਲੱਕੜ ਦੀ ਪਾ ਲੈਂਦੇ ਹਾਂ। ਕਿਉਂ? ਇੱਕ ਤਾਂ ਲੱਕੜੀ ਛੇਤੀ ਗਰਮ ਨਹੀਂ ਹੁੰਦੀ, ਦੂਜਾ ਉਸ ਨਾਲ ਹੱਥ ਨਹੀਂ ਛਿੱਲੇ ਜਾਂਦੇ, ਅਤੇ ਲੱਕੜੀ ਦੀ ਡੰਡੀ ਨਾਲ ਜਿਹੜਾ ਸਾਡਾ ਗੰਡਾਸਾ ਹੈ ਸਾਡਾ, ਉਸ ਨੂੰ ਜੇਕਰ ਅਸੀਂ ਸਿੱਧਾ ਵਰਤੀਏ ਤਾਂ ਕਦੇ ਨਹੀਂ ਵਰਤ ਸਕਦੇ। ਲੱਕੜੀ ਦੀ ਡੰਡੀ ਨਾਲ ਜ਼ੋਰ ਜ਼ਿਆਦਾ ਪੈ ਜਾਂਦਾ, ਭਾਵ ਸਾਨੂੰ ਆਪਣੇ ਸਰੀਰ ਦਾ ਜ਼ੋਰ ਘੱਟ ਲਾਉਣਾ ਪੈਂਦਾ, ਪਰ ਜਿਸ ਦੇ ਅਸੀਂ ਉਹ ਮਾਰਦੇ ਹਾਂ ਉਸ 'ਤੇ ਜ਼ੋਰ ਜ਼ਿਆਦਾ ਪੈ ਜਾਂਦਾ। ਐਵੇਂ ਹੀ ਕੁਹਾੜੀ ਹੁੰਦੀ ਹੈ, ਕੁਹਾੜੀ ਦੇ ਵਿੱਚ ਲੱਕੜੀ ਦਾ ਡੰਡਾ ਪਾ ਕੇ, ਲੱਕੜੀ ਦਾ ਮੁੱਠਾ ਪਾ ਕੇ ਜ਼ਿਆਦਾ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਉਸਨੇ ਅਨਾਜ ਨੂੰ ਬਾਅਦ ਵਿੱਚ ਵਰਤਣ ਲਈ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਗੁਫਾਵਾਂ ਅਤੇ ਪੱਥਰਾਂ ਦੇ ਵਿਸ਼ਰਾਮ ਘਰਾਂ ਤੋਂ ਇਲਾਵਾ ਮਨੁੱਖ ਨੇ ਹੌਲੀ ਹੌਲੀ ਲੱਕੜੀ, ਰੀੜ, ਬਾਂਸ ਅਤੇ ਪੱਤਿਆਂ ਦੀਆਂ ਝੋਪੜੀਆਂ ਬਣਾਉਣੀਆਂ ਵੀ ਸਿੱਖ ਲਈਆਂ ਸਨ। ਕਹਿਣ ਦਾ ਭਾਵ ਜੋ ਪੁਰਾਤਨ ਪੱਥਰ ਯੁੱਗ ਸੀ ਉਸ ਨੂੰ ਜੋ ਮਿਲਦਾ ਉਹੀ ਉਸਦਾ ਵਿਸ਼ਰਾਮ ਘਰ ਸੀ। ਦਰੱਖਤਾਂ ਦੇ ਉੱਪਰ, ਗੁਫਾਵਾਂ ਦੇ ਵਿੱਚ, ਜਿੱਥੇ ਉਸ ਨੂੰ ਲੱਗਦਾ ਵੀ ਇੱਥੇ ਮੈਂ ਜਾਨਵਰਾਂ ਤੋਂ ਬਚ ਸਕਦਾ, ਉਹੀ ਉਸਦਾ ਵਿਸ਼ਰਾਮ ਘਰ ਸੀ। ਪਰ ਹੁਣ ਜਦੋਂ ਉਸਨੇ ਅਨਾਜ ਨੂੰ ਸੰਭਾਲਣਾ ਸ਼ੁਰੂ ਕਰਤਾ ਤਾਂ ਫਿਰ ਉਸ ਅਨਾਜ ਦੀ ਰਾਖੀ ਵੀ ਤਾਂ ਕਰੇਗਾ। ਤਾਂ ਉਸ ਅਨਾਜ ਨੂੰ ਰਾਖੀ ਕਰਨ ਦੇ ਲਈ ਇੱਥੋਂ ਇਸ ਦੇ ਨਾਲ ਮਨੁੱਖ ਦੇ ਸਥਿਰ ਜੀਵਨ ਦਾ ਆਰੰਭ ਹੋਇਆ ਅਤੇ ਪਿੰਡਾਂ ਦੀ ਸਥਾਪਨਾ ਹੋਈ, ਭਾਵ ਇੱਥੋਂ ਮਨੁੱਖ ਦੇ ਸਥਿਰ ਜੀਵਨ ਦਾ ਆਰੰਭ ਹੋਣਾ ਸ਼ੁਰੂ ਹੋ ਗਿਆ। ਤਾਂ ਅਸੀਂ ਦੇਖਦੇ ਹਾਂ ਜਦੋਂ ਅਸੀਂ ਆਪਣਾ ਅਨਾਜ ਮੰਡੀ ਵਿੱਚ ਸੁੱਟਦੇ ਹਾਂ ਤਾਂ ਜਦ ਤੱਕ ਸਾਡੇ ਅਨਾਜ ਵਿਕਦਾ ਨਹੀਂ, 3 ਦਿਨ, 2 ਦਿਨ, 4 ਦਿਨ ਅਸੀਂ ਉਸ ਅਨਾਜ ਦੀ ਰਾਖੀ ਰੱਖਦੇ ਹਾਂ ਅਤੇ ਰਾਤ ਨੂੰ ਵੀ ਉੱਥੇ ਹੀ ਸੌਂਦੇ ਹਾਂ। ਤਾਂ ਇੱਥੋਂ ਕਲੀਅਰ ਹੈ ਕਿ ਜਦੋਂ ਮਨੁੱਖ ਨੇ ਅਨਾਜ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ ਤਾਂ ਉਸ ਦੇ ਸਥਿਰ ਜੀਵਨ ਦਾ ਆਰੰਭ ਹੋਣਾ ਵੀ ਸ਼ੁਰੂ ਹੋ ਗਿਆ ਅਤੇ ਨਾਲ ਹੀ ਛੋਟੇ ਛੋਟੇ ਪਿੰਡਾਂ ਦੀ ਸਥਾਪਨਾ ਹੋਣੀ ਵੀ ਸ਼ੁਰੂ ਹੋਈ। ਇਹ ਸੀ ਸਾਡਾ ਮੱਧ ਪੱਥਰ ਯੁੱਗ। ਇਸ ਦੀ ਵਿਸ਼ੇਸ਼ਤਾ ਕੀ ਆ? ਪਹਿਲੀ ਵਿਸ਼ੇਸ਼ਤਾ ਕਿ ਜੋ ਹਥਿਆਰ ਸਨ ਉਹ ਛੋਟੇ, ਮਾਈਕਰੋਲਿਥ, ਨੁਕੀਲੇ ਅਤੇ ਘੜੇ ਹੋਏ ਹੋ ਗਏ ਸਨ, ਅਤੇ ਮਨੁੱਖ ਨੇ ਅਨਾਜ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ ਸੀ। ਉਸਦੇ ਘਰ ਲੱਕੜੀ, ਬਾਂਸ ਅਤੇ ਪੱਤਿਆਂ ਦੇ, ਵੁੱਡ, ਰੀਡ ਐਂਡ ਲੀਵਜ਼, ਲੱਕੜੀ, ਬਾਂਸ ਅਤੇ ਪੱਤਿਆਂ ਦੇ ਘਰ ਵੀ ਉਸਨੇ ਝੋਪੜੀਆਂ ਬਣਾਉਣੀਆਂ ਸਿੱਖ ਲਈਆਂ ਸਨ।
ਇਸ ਤੋਂ ਸਥਿਰ ਜੀਵਨ ਦਾ ਆਰੰਭ ਹੋਇਆ ਅਤੇ ਪਿੰਡਾਂ ਦੀ ਸਥਾਪਨਾ ਹੋਣੀ ਸ਼ੁਰੂ ਹੋਈ। ਅਤੇ ਨਾਲ ਹੀ ਉਸਨੇ ਹਥਿਆਰ ਨਾਲ ਲੱਕੜੀ ਦੀ ਡੰਡੀ, ਲੰਬੀ ਡੰਡੀ ਬਣਾ ਕੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਵੀ ਸਿੱਖ ਲਿਆ ਸੀ। ਇਸ ਤੋਂ ਅਗਲਾ ਪੁਆਇੰਟ, ਅੱਗ ਦੀ ਖੋਜ। ਮਨੁੱਖੀ ਸਭਿਅਤਾ ਦੇ ਵਿਕਾਸ ਵਿੱਚ ਅੱਗ ਦੀ ਖੋਜ ਮਨੁੱਖ ਦੀ ਇੱਕ ਮਹਾਨ ਪ੍ਰਾਪਤੀ ਸੀ। ਸੰਭਵ ਹੈ ਕਿ ਦੋ ਪੱਥਰਾਂ ਨੂੰ ਆਪਸ ਵਿੱਚ ਰਗੜਨ ਨਾਲ ਅੱਗ ਪੈਦਾ ਹੋਈ ਹੋਵੇ। ਇਸ ਨਾਲ ਮਨੁੱਖ ਨੇ ਅੱਗ ਬਾਲਣਾ ਅਤੇ ਭੋਜਨ ਬਣਾਉਣਾ ਸਿੱਖ ਲਿਆ। ਅੱਗ ਉਸਨੂੰ ਸਰਦੀ ਦੇ ਮੌਸਮ ਸਮੇਂ ਗਰਮੀ ਪਹੁੰਚਾਉਂਦੀ ਸੀ ਅਤੇ ਖਤਰਨਾਕ ਜਾਨਵਰਾਂ ਤੋਂ ਬਚਾਉਂਦੀ ਸੀ। ਜੋ ਅੱਗ ਦੀ ਖੋਜ ਹੈ, ਅੱਗ ਦੀ ਖੋਜ ਹੋਈ ਸੀ ਪੁਰਾਤਨ ਪੱਥਰ ਯੁੱਗ ਦੇ ਆਖਰੀ ਕਾਲ 'ਚ, ਕਿਉਂਕਿ ਜਿਵੇਂ ਅਸੀਂ ਨੇ ਪੱਥਰ ਯੁੱਗ ਨੂੰ 3 ਭਾਗਾਂ 'ਚ ਵੰਡਿਆ, ਪੁਰਾਤਨ ਪੱਥਰ ਯੁੱਗ, ਮੱਧ ਪੱਥਰ ਯੁੱਗ ਅਤੇ ਨਵਾਂ ਪੱਥਰ ਯੁੱਗ, ਉਸੇ ਤਰ੍ਹਾਂ ਪੁਰਾਤਨ ਪੱਥਰ ਯੁੱਗ ਨੂੰ ਵੀ 3 ਭਾਗਾਂ 'ਚ ਵੰਡਿਆ ਜਾਂਦਾ। ਅਤੇ ਜੋ ਅੱਗ ਦੀ ਖੋਜ ਹੋਈ ਸੀ ਉਹ ਪੁਰਾਤਨ ਪੱਥਰ ਯੁੱਗ ਦੇ ਆਖਰੀ ਕਾਲ ਦੇ ਵਿੱਚ ਹੋਈ ਸੀ। ਕਈ ਵਾਰ ਤੁਹਾਨੂੰ ਕੁਐਸਚਨ ਹੈ ਕਿ ਅੱਗ ਦੀ ਖੋਜ ਕਦੋਂ ਹੋਈ ਸੀ, ਮੱਧ ਪੱਥਰ ਯੁੱਗ 'ਚ, ਨਵੇਂ ਪੱਥਰ ਯੁੱਗ 'ਚ ਜਾਂ ਪੁਰਾਤਨ ਪੱਥਰ ਯੁੱਗ। ਪੁਰਾਤਨ ਪੱਥਰ ਯੁੱਗ ਦੇ ਆਖਰੀ ਕਾਲ ਦੇ ਸਮੇਂ ਅੱਗ ਦੀ ਖੋਜ ਹੋਈ ਸੀ। ਪਹੀਏ ਦੀ ਖੋਜ। ਇੱਕ ਚਪਟੀ ਵਸਤੂ ਨੂੰ ਚੁੱਕ ਕੇ ਜਾਂ ਖਿੱਚ ਕੇ ਲਿਜਾਣ ਨਾਲੋਂ ਇੱਕ ਗੋਲ ਵਸਤੂ ਨੂੰ ਰੇੜ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਜਾਣਾ ਬੜਾ ਸੌਖਾ ਹੈ। ਸੰਭਵ ਹੈ ਕਿ ਮਨੁੱਖ ਨੇ ਲੱਕੜੀ ਦੇ ਗੱਠੇ ਨੂੰ ਰੇੜ ਕੇ ਇਹ ਗੱਲ ਸਿੱਖੀ ਹੋਵੇਗੀ। ਕੋਈ ਲੱਕੜੀ ਦਾ ਗੱਠਾ ਜਾਂ ਆਪਣੇ ਆਪ ਰੜ ਗਿਆ ਹੋਵੇਗਾ ਜਾਂ ਰਿੜਿਆ ਹੋਵੇਗਾ ਤਾਂ ਮਨੁੱਖ ਨੂੰ ਪਤਾ ਲੱਗ ਗਿਆ ਵੀ ਭਾਰੀਆਂ ਵਸਤਾਂ ਨੂੰ ਗੋਲ ਵਸਤੂ 'ਤੇ ਰੱਖ ਕੇ ਲਿਜਾਣਾ ਬੜਾ ਸੌਖਾ ਹੈ। ਇਸ ਦੀ ਸਹਾਇਤਾ ਨਾਲ ਮਨੁੱਖ ਨੇ ਦੂਸਰੀਆਂ ਵਸਤੂਆਂ ਨੂੰ ਵੀ ਖਿੱਚਣਾ ਸਿੱਖ ਲਿਆ ਹੋਵੇਗਾ। ਲੱਕੜੀ ਦੇ ਗੋਲ ਗੱਠਿਆਂ ਦੀ ਪਹੀਏ ਦੇ ਰੂਪ ਵਿੱਚ ਵਰਤੋਂ ਕਰਨਾ ਸੰਭਵ ਹੈ ਕਿ ਮਨੁੱਖ ਦਾ ਮਸ਼ੀਨੀ ਯੁੱਗ ਦੀ ਦਿਸ਼ਾ ਵਿੱਚ ਪਹਿਲਾ ਕਦਮ ਸੀ। ਇਸ ਨਾਲ ਵਿਕਾਸ ਦੀ ਗਤੀ ਆਸਾਨ ਅਤੇ ਤੇਜ਼ ਹੋ ਗਈ, ਭਾਵ ਕੰਮ ਕਰਨਾ ਪਹਿਲਾਂ ਨਾਲੋਂ ਸੌਖਾ ਹੋ ਗਿਆ। ਮਨੁੱਖ ਉਤਪਾਦਕ ਦੇ ਰੂਪ ਵਿੱਚ, ਤਾਂ ਇੱਥੇ ਆ ਕੇ ਜੋ ਮਨੁੱਖ ਹੈ ਉਹ ਨਵੇਂ ਪੱਥਰ ਯੁੱਗ ਨਿਓਲਿਥਿਕ ਸਟੋਨ ਏਜ ਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਮਨੁੱਖ ਨੇ ਵੇਖਿਆ ਹੋਵੇਗਾ ਕਿ ਅਨਾਜ ਦੇ ਇਹ ਦਾਣੇ ਜੋ ਭੂਮੀ 'ਤੇ ਸੁੱਟੇ ਜਾਂਦੇ ਹਨ ਉਹਨਾਂ ਤੋਂ ਨਵੇਂ ਪੌਦੇ ਉੱਗ ਆਉਂਦੇ ਸਨ ਅਤੇ ਬਹੁਤ ਅਨਾਜ ਪ੍ਰਾਪਤ ਹੁੰਦਾ ਹੈ। ਉਸਨੇ ਹੌਲੀ ਹੌਲੀ ਇਹ ਵੀ ਸਿੱਖਿਆ ਕਿ ਕਦੋਂ ਬੀਜ ਮਿੱਟੀ ਵਿੱਚ ਜਲਦੀ ਅਤੇ ਵਧੀਆ ਪੈਦਾਵਾਰ ਲਈ ਬੀਜਣੇ ਚਾਹੀਦੇ ਹਨ। ਭੂਮੀ ਅਤੇ ਅਜਿਹੀਆਂ ਹੋਰ ਚੀਜ਼ਾਂ ਨੂੰ ਖੇਤੀ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ। ਇਹ ਖੇਤੀਬਾੜੀ ਅਤੇ ਮਨੁੱਖੀ ਜੀਵਨ ਵਿੱਚ ਸਭਿਅਤਾ ਦਾ ਆਰੰਭ ਸੀ। ਇਸ ਸਮੇਂ ਤੱਕ ਪੱਥਰ ਯੁੱਗ ਦਾ ਤੀਸਰਾ ਅਤੇ ਅੰਤਿਮ ਯੁੱਗ ਸ਼ੁਰੂ ਹੋ ਚੁੱਕਿਆ ਸੀ, ਜਿਸ ਨੂੰ ਅਸੀਂ ਨਵਾਂ ਪੱਥਰ ਯੁੱਗ ਨਿਓਲਿਥਿਕ, ਇਹ ਵੀ ਗ੍ਰੀਕ ਲੈਂਗੁਏਜ ਦੇ 2 ਸ਼ਬਦ ਆ, ਨਿਓ ਨਵਾਂ, ਲਿਥ ਪੱਥਰ, ਨਵਾਂ ਪੱਥਰ ਯੁੱਗ। ਹੁਣ ਤੱਕ ਮਨੁੱਖ ਝੋਪੜੀਆਂ ਵਿੱਚ ਰਹਿੰਦਾ ਸੀ। ਉਸਨੇ ਅਨਾਜ ਉਗਾਉਣਾ ਅਤੇ ਭੋਜਨ ਪਕਾਉਣਾ ਸਿੱਖ ਲਿਆ ਸੀ। ਦੇਖੋ, ਪੁਰਾਤਨ ਪੱਥਰ ਯੁੱਗ ਦਾ ਮਨੁੱਖ ਦਾ ਨਾ ਅਨਾਜ ਉਗਾਉਂਦਾ ਸੀ ਨਾ ਪਕਾਉਂਦਾ ਸੀ, ਜਿਵੇਂ ਮਿਲਦਾ ਖਾ ਲੈਂਦਾ ਸੀ। ਮੱਧ ਪੱਥਰ ਯੁੱਗ ਦੇ ਮਨੁੱਖ ਨੇ ਥੋੜ੍ਹਾ ਥੋੜ੍ਹਾ ਅਨਾਜ ਨੂੰ ਭਵਿੱਖ ਦੇ ਲਈ ਸਾਂਭਣਾ ਸ਼ੁਰੂ ਕਰਤਾ ਸੀ, ਤਾਂ ਉੱਥੋਂ ਥੋੜ੍ਹਾ ਥੋੜ੍ਹਾ ਮਨੁੱਖ ਦੇ ਸਥਿਰ ਜੀਵਨ ਦੀ ਸ਼ੁਰੂਆਤ ਹੋਈ ਸੀ। ਪਰ ਨਵੇਂ ਪੱਥਰ ਯੁੱਗ ਵਿੱਚ ਮਨੁੱਖ ਨੇ ਅਨਾਜ ਉਗਾਉਣਾ ਵੀ ਸਿੱਖ ਲਿਆ ਸੀ। ਖੇਤੀਬਾੜੀ ਸ਼ੁਰੂ ਹੋ ਗਈ ਸੀ ਨਵੇਂ ਪੱਥਰ ਯੁੱਗ ਵਿੱਚ। ਨਵੇਂ ਪੱਥਰ ਯੁੱਗ ਦੇ ਵਿੱਚ ਖੇਤੀਬਾੜੀ ਸ਼ੁਰੂ ਹੋ ਗਈ ਸੀ। ਸਭ ਤੋਂ ਪਹਿਲਾਂ ਇੱਕ ਇਲਾਕੇ ਵਿੱਚ ਜੋ ਪੌਦੇ ਆਪਣੇ ਆਪ ਉੱਗੇ ਸਨ ਉਹਨਾਂ ਨੂੰ ਹੀ ਉਗਾਇਆ ਗਿਆ। ਕਿਹੜਾ ਸੀਗਾ ਉਹ? ਜਿਉਂ, ਵਾਰਲੇ। ਸਭ ਤੋਂ ਪਹਿਲਾਂ ਜਿਉਂ ਦਾ ਪੌਦਾ ਆਪਣੇ ਆਪ ਉੱਗਿਆ ਸੀ। ਏਸ਼ੀਆ ਦੇ ਨੇੜੇ ਕਣਕ ਅਤੇ ਹੋਰ ਅਨਾਜ ਆਪਣੇ ਆਪ ਉੱਗੇ ਸਨ। ਕਣਕ ਵੀ ਆਪਣੇ ਆਪ ਉੱਗੀ ਸੀ। ਜਿਉਂ ਅਤੇ ਕਣਕ। ਭਾਰਤ, ਚੀਨ ਅਤੇ ਦੱਖਣੀ ਏਸ਼ੀਆ ਵਿੱਚ ਚਾਵਲ ਦੀ ਪੈਦਾਵਾਰ 5000 ਈਸਵੀ ਪੂਰਵ ਤੋਂ ਸ਼ੁਰੂ ਹੋਈ ਅਤੇ ਇਹ ਛੇਤੀ ਹੀ ਇੱਕ ਮੁੱਖ ਫਸਲ ਬਣ ਗਈ ਸੀ। ਤਾਂ ਸਭ ਤੋਂ ਪਹਿਲਾਂ ਜਿਉਂ ਅਤੇ ਜੋ ਚਾਵਲ ਦੀ ਫਸਲ ਆ ਉਹ 5000 ਈਸਵੀ ਪੂਰਵ ਵਿੱਚ ਸ਼ੁਰੂ ਹੋਈ। ਉਸਦੇ ਔਜ਼ਾਰ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਬਣ ਗਏ ਸਨ, ਜੋ ਹੁਣ ਪਹਿਲਾਂ ਨਾਲੋਂ ਤੇਜ਼ ਅਤੇ ਹਲਕੇ, ਭਾਵ ਹੋਰ ਹਲਕੇ ਹੋ ਗਏ, ਹਲਕੇ ਨਾਲ ਤੇਜ਼ ਹੋ ਗਏ, ਤੇਜ਼ ਅਤੇ ਹਲਕੇ ਸਨ।
ਜਿਨ੍ਹਾਂ ਨਾਲ ਮਨੁੱਖ ਦੀ ਕੰਮ ਕਰਨ ਦੀ ਸਮਰੱਥਾ ਪਹਿਲਾਂ ਨਾਲੋਂ ਵੱਧ ਗਈ ਸੀ। ਨਵੇਂ ਪੱਥਰ ਯੁੱਗ ਵਿੱਚ ਮਨੁੱਖ ਨੇ ਭੋਜਨ ਪਕਾਉਣ ਅਤੇ ਰੱਖਣ ਲਈ ਮਿੱਟੀ ਦੇ ਬਰਤਨ ਬਣਾਉਣੇ ਵੀ ਸਿੱਖ ਲਏ ਸਨ। ਜੋ ਮਿੱਟੀ ਦੇ ਬਰਤਨ ਬਣਾਉਣੇ ਸਿੱਖੇ ਸਨ ਉਹ ਸਿੱਖੇ ਸਨ ਨਵੇਂ ਪੱਥਰ ਯੁੱਗ ਵਿੱਚ ਮਿੱਟੀ ਦੇ ਬਰਤਨ ਬਣਾਉਣੇ ਸਿੱਖੇ ਸਨ, ਕਿਉਂਕਿ ਜਦੋਂ ਉਸਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ, ਭੋਜਨ ਨੂੰ ਪਕਾਉਣਾ ਸ਼ੁਰੂ ਕਰ ਦਿੱਤਾ, ਤਾਂ ਉਸਨੂੰ ਇਹਨਾਂ ਸਾਰੇ ਚੀਜ਼ਾਂ ਦੇ ਲਈ ਬਰਤਨਾਂ ਦੀ ਲੋੜ ਸੀ। ਤਾਂ ਮਨੁੱਖ ਨੇ ਮਿੱਟੀ ਦੇ ਬਰਤਨ ਬਣਾਉਣੇ ਵੀ ਸਿੱਖ ਲਏ। ਸ਼ੁਰੂ ਵਿੱਚ ਇਹ ਬਰਤਨ ਹੱਥ ਨਾਲ ਬਣਾ ਕੇ ਧੁੱਪ ਵਿੱਚ ਸੁਕਾਏ ਜਾਂਦੇ ਸਨ। ਬਾਅਦ ਵਿੱਚ ਮਨੁੱਖ ਨੇ ਜਦੋਂ ਪਹੀਏ ਦੀ ਖੋਜ ਹੋ ਗਈ ਤਾਂ ਬਾਅਦ ਵਿੱਚ ਮਨੁੱਖ ਨੇ ਚੱਕ 'ਤੇ ਬਰਤਨ ਬਣਾ ਕੇ ਉਹਨਾਂ ਨੂੰ ਭੱਠੀ ਵਿੱਚ ਪਕਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਸਾਰਾ ਕੁਝ ਇਹ ਪਹੀਏ ਦੀ ਖੋਜ ਨਾਲ ਤੁਸੀਂ ਚਿੱਤਰ 'ਚ ਦੇਖ ਸਕਦੇ ਹੋ ਕਿ ਇਸ ਨੂੰ ਚੱਕ ਕਹਿੰਦੇ ਨੇ। ਚੱਕ ਜੋ ਘੁੰਮਦਾ ਹੈ, ਇਸ ਉੱਤੇ ਮਿੱਟੀ ਦੇ ਬਰਤਨ ਬਣਾਉਣੇ ਸੌਖੇ ਨੇ ਅਤੇ ਵਧੀਆ ਬਣ ਜਾਂਦੇ ਨੇ। ਅਤੇ ਇਹ ਪਹਿਲਾਂ ਸਿਰਫ ਧੁੱਪ 'ਚ ਸੁਕਾਉਂਦਾ ਸੀ ਅਤੇ ਬਾਅਦ ਵਿੱਚ ਭੱਠੀ ਦੇ ਵਿੱਚ ਪਕਾਉਣਾ ਸਿੱਖ ਲਿਆ, ਜਿਸ ਤਰ੍ਹਾਂ ਸਾਡੇ ਅੱਜ ਕੱਲ੍ਹ ਦੇ ਮਿੱਟੀ ਦੇ ਬਰਤਨ ਹਨ। ਮਨੁੱਖ ਕਲਾਕਾਰ ਦੇ ਰੂਪ ਵਿੱਚ ਮੈਨ ਐਜ਼ ਆਰਟਿਸਟ ਭੋਜਨ ਪਕਾਉਣਾ ਜਾਂ ਬਰਤਨ ਬਣਾਉਣਾ ਸਿੱਖਣ ਤੋਂ ਬਹੁਤ ਚਿਰ ਪਹਿਲਾਂ, ਭਾਵ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਭੋਜਨ ਬਣਾਉਣਾ ਸਿੱਖਣਾ, ਪਕਾਉਣਾ ਜਾਂ ਬਰਤਨ ਬਣਾਉਣਾ ਸਿੱਖਣਾ, ਸਾਰਾ ਕੁਝ ਤੋਂ ਪਹਿਲਾਂ ਮਨੁੱਖ ਨੇ ਗੁਫਾਵਾਂ ਅਤੇ ਪੱਥਰ ਦੇ ਵਿਸ਼ਰਾਮ ਘਰਾਂ ਕੇਵਜ਼ ਐਂਡ ਰੌਕ ਸ਼ੈਲਟਰਸ ਦੀਆਂ ਦੀਵਾਰਾਂ ਉੱਤੇ ਚਿੱਤਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ, ਜਿੱਥੇ ਉਹ ਰਹਿੰਦਾ ਸੀ। ਇਸ ਲਈ ਇਸ ਨੂੰ ਸੰਸਾਰ ਦੀ ਪਹਿਲੀ ਘਰ ਸਜਾਵਟ ਕਿਹਾ ਜਾ ਸਕਦਾ ਹੈ। ਫਸਟ ਇੰਟੀਰੀਅਰ ਡੈਕੋਰੇਸ਼ਨ ਇਨ ਦਾ ਵਰਲਡ। ਉਸਨੇ ਨਕੀਲੇ ਪੱਥਰਾਂ ਅਤੇ ਰੰਗਾਂ ਦੀ ਸਹਾਇਤਾ ਨਾਲ ਮਨੁੱਖਾਂ ਹਿਊਮਨ ਬੀਇੰਗਸ, ਜਾਨਵਰਾਂ ਐਨੀਮਲਜ਼ ਅਤੇ ਸ਼ਿਕਾਰ ਐਂਡ ਹੰਟਿੰਗ ਸੀਨਸ ਦੇ ਦ੍ਰਿਸ਼ਾਂ ਦੇ ਚਿੱਤਰ ਬਣਾਏ। ਜ਼ਿਆਦਾਤਰ ਇਹ ਚਿੱਤਰ ਰੇਖਾ ਚਿੱਤਰ ਹਨ, ਪਰੰਤੂ ਕਦੇ-ਕਦੇ ਇਹਨਾਂ ਵਿੱਚ ਰੰਗ ਵੀ ਭਰੇ ਹੋਏ ਮਿਲਦੇ ਹਨ। ਇਹ ਪੱਥਰ ਚਿੱਤਰ ਰੌਕ ਡਰਾਇੰਗ ਭਾਰਤ ਦੇ ਅਨੇਕਾਂ ਭਾਗਾਂ ਵਿੱਚ ਅਤੇ ਸੰਸਾਰ ਵਿੱਚ ਕਈ ਹੋਰ ਸਥਾਨਾਂ ਤੋਂ ਪ੍ਰਾਪਤ ਹੋਏ ਹਨ। ਇਸ ਤਰ੍ਹਾਂ ਦੀ ਹੀ ਇੱਕ ਸਥਾਨ ਮੱਧ ਪ੍ਰਦੇਸ਼ ਵਿੱਚ ਭੋਪਾਲ ਦੇ ਨੇੜੇ ਭੀਮਬੈਟਕਾ ਹੈ। ਤਾਂ ਭੀਮਬੈਟਕਾ ਦੀਆਂ ਗੁਫਾਵਾਂ ਦੇ ਵਿੱਚ ਰੇਖਾ ਚਿੱਤਰ ਮਿਲੇ ਹਨ। ਅਸੀਂ ਦੇਖਦੇ ਹਾਂ ਇਸ ਚਿੱਤਰ ਦੇ ਵਿੱਚ ਜੋ ਇਹਨਾਂ ਨੇ ਚਿੱਤਰ ਬਣਾਏ ਹੋਏ ਨੇ ਸ਼ਿਕਾਰ ਕਰਨ ਦੇ, ਅਤੇ ਸ਼ਿਕਾਰ ਕਰਦਾ ਦਿਖਾਇਆ ਗਿਆ ਕਿਸੇ ਵੱਡੇ ਜਾਨਵਰ ਦਾ, ਅਤੇ ਇੱਥੇ ਹੋਰ ਦਿਖਾਏ ਗਏ ਨੇ, ਪਰ ਸਾਰੇ ਇਹ ਰੇਖਾਕਾਰ ਨੇ। ਇਸ ਤਰ੍ਹਾਂ ਰੇਖਾਵਾਂ ਦੇ ਵਿੱਚ ਨੇ, ਲਾਈਨ ਡਰਾਇੰਗ ਆ ਗਈ, ਪਰ ਕਿਤੇ ਕਿਤੇ ਰੰਗ ਵੀ ਭਰੇ ਹੋਏ ਨੇ। ਤਾਂ ਦੇਖੋ ਸ਼ਿਕਾਰ ਦੇ ਦੌਰਾਨ ਰੰਗ ਭਰੇ ਹੋਏ ਨੇ। ਤਾਂ ਜ਼ਿਆਦਾਤਰ ਇਹ ਰੇਖਾਕਾਰ ਨੇ, ਲਾਈਨ ਡਰਾਇੰਗ ਹੈ। ਅਤੇ ਭੀਮਬੈਟਕਾ ਦੀਆਂ ਗੁਫਾਵਾਂ ਨੇ ਮੱਧ ਪ੍ਰਦੇਸ਼ ਵਿੱਚ। ਉੱਥੋਂ ਪੁਰਾਤਨ ਪੱਥਰ ਯੁੱਗ ਦੇ ਜੋ ਚਿੱਤਰ ਮਿਲੇ ਹਨ, ਸਭ ਤੋਂ ਪੁਰਾਣੇ ਭਾਰਤ ਵਿੱਚ। ਇਹਨਾਂ ਚਿੱਤਰਾਂ ਦੇ ਇਲਾਵਾ ਮਨੁੱਖ ਨੂੰ ਬਹੁਤ ਤਰ੍ਹਾਂ ਦੇ ਕੀਮਤੀ ਪੱਥਰਾਂ, ਪੱਕੀ ਮਿੱਟੀ, ਹਾਥੀ ਦੰਦ ਆਦਿ ਦੇ ਮਣਕੇ ਬਣਾਉਣੇ ਵੀ ਸਿੱਖੇ, ਜਿਨ੍ਹਾਂ ਦੀ ਉਹ ਗਹਿਣਿਆਂ ਦੇ ਰੂਪ ਵਿੱਚ ਵਰਤੋਂ ਕਰਦਾ ਸੀ। ਤੁਸੀਂ ਇਸ ਨੂੰ ਫੈਸ਼ਨ ਜਾਂ ਸ਼ਿੰਗਾਰ ਦੀ ਸ਼ੁਰੂਆਤ ਕਹਿ ਸਕਦੇ ਹੋ। ਜਿਵੇਂ ਅੱਜ ਕੱਲ੍ਹ ਵੀ ਲੋਕ ਹਾਥੀ ਦੰਦ, ਕੀਮਤੀ ਪੱਥਰਾਂ ਆਦਿ ਦੇ ਗਹਿਣੇ ਪਾਉਂਦੇ ਹਨ, ਸੋਨੇ ਚਾਂਦੀ ਦੇ ਗਹਿਣੇ ਪਾਉਂਦੇ ਨੇ, ਤਾਂ ਉਸ ਸਮੇਂ ਇਸ ਮਨੁੱਖ ਨੂੰ ਹਜੇ ਧਾਤਾਂ ਬਾਰੇ, ਮੈਟਲਸ ਬਾਰੇ ਇੰਨੀ ਜਾਣਕਾਰੀ ਨਹੀਂ ਸੀ। ਤਾਂ ਉਹ ਕੀਮਤੀ ਪੱਥਰਾਂ ਦੇ, ਪੱਕੀ ਮਿੱਟੀ, ਹਾਥੀ ਦੰਦ ਆਦਿ ਦੇ ਮਣਕੇ ਬਣਾਉਣੇ ਵੀ ਉਸਨੇ ਸਿੱਖ ਲਏ ਸਨ। ਇਸ ਨੂੰ ਫੈਸ਼ਨ ਜਾਂ ਸ਼ਿੰਗਾਰ ਦੀ ਸ਼ੁਰੂਆਤ ਕਹਿ ਸਕਦੇ ਹਾਂ, ਜਿਹੜੀ ਮਨੁੱਖ ਦੀ ਕਲਾਤਮਿਕ ਭਾਵਨਾ ਦਾ ਸਬੂਤ ਸੀ। ਇਸ ਸਮੇਂ ਤੱਕ ਸੱਭਿਆ ਜੀਵਨ ਹੋਂਦ ਵਿੱਚ ਆ ਗਿਆ ਸੀ। ਇਸ ਵੀਡੀਓ ਰਾਹੀਂ ਅਸੀਂ ਨੇ ਪਾਠ ਨੰਬਰ 9 ਬਾਰੇ ਪੜ੍ਹਿਆ, ਅਤੇ ਜਿਹੜੀ ਇਸ ਦਾ ਅਗਲਾ ਪਾਰਟ ਹੋਵੇਗਾ, ਇਸ ਨਾਲ ਸੰਬੰਧਿਤ ਜੋ ਵੀ 30-35 ਕੁਐਸਚਨ ਬਣਦੇ ਨੇ ਇੱਕ ਲਾਈਨ ਦੇ ਵਿੱਚ, ਉਹਨਾਂ ਦੇ ਜਵਾਬ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਹੋਰ ਚੰਗੀ ਤਰ੍ਹਾਂ ਸਮਝ ਆ ਸਕੇ। ਧੰਨਵਾਦ।